ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਤੁਹਾਡਾ ਪੇਪਰ ਤਾਂ ਬੱਚਾ ਆ ਹੀ ਗਿਆ ਹੈ। ਤੇ ਹੁਣ ਅਸੀਂ ਕੀ ਕਰਦੇ ਹਾਂ, ਥੋੜ੍ਹੀ ਜਿਹੀ ਸਪੀਡ ਚੱਕਦੇ ਹਾਂ ਤੇ ਜਿੰਨੀ ਵੀ ਪੋਲਿਟੀ ਹੈਗੀ ਆ ਉਹਦੀ ਥਿਊਰੀ ਅਸੀਂ ਅੱਜ ਜਾਂ ਕੱਲ੍ਹ ਦੇ ਵਿੱਚ ਖ਼ਤਮ ਕਰਦੇ ਹਾਂ, ਤਾਂ ਕਿ ਆਪਾਂ ਫਟਾਫਟ ਜਿਹੜੇ ਆ ਉਹ MCQs ਵੀ ਕਰ ਸਕੀਏ, ਆਪਣੀ ਪੋਲਿਟੀ ਖ਼ਤਮ ਹੋਵੇ ਤੇ ਆਪਾਂ ਅਗਲੇ ਸਬਜੈਕਟ ਦੇ ਵਿੱਚ ਵੀ ਵੱਧ ਸਕੀਏ। ਠੀਕ ਹੈ, ਤੇ ਇੱਕ ਜਾਂ ਦੋ ਇੱਕ ਸੈਕਸ਼ਨ ਦੇ ਵਿੱਚ ਹੀ ਮੈਂ ਲੱਗਦਾ ਪੋਲਿਟੀ ਤੁਹਾਨੂੰ ਸਾਰੀ ਪੜ੍ਹਾ ਦਾਂਗੀ। ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ, ਬੜੀ ਈਜ਼ੀ ਜੀ ਹੈਗੀ। ਜਿਹੜੀ ਗੱਲ ਦੱਸਾਂ ਬਸ ਉਨੀ ਰਿਮੈਂਬਰ ਰੱਖਿਓ। ਆਪਾਂ ਆ ਜਿਹੜੀ ਚੀਜ਼ਾਂ ਨੇ ਉਹ ਪਿਛਲੇ ਸੈਸ਼ਨ ਦੇ ਵਿੱਚ ਕਰ ਲਈਆਂ ਸੀਗੀਆਂ। ਹੁਣ ਆਪਾਂ ਅੱਗੇ ਵਧਣ ਵਾਲੇ ਹੈਗੇ ਆ। ਦੇਖੋ, ਵੇਰੀਅਸ ਸੋਰਸਿਸ ਬਾਰੇ ਜਾਣ ਲਓ ਕਿ ਕਿੱਥੋਂ ਹੁਣ ਜਦੋਂ ਸਾਡਾ ਇੰਡੀਅਨ ਕੌਨਸਟੀਟਿਊਸ਼ਨ ਯਾਨੀ ਕਿ ਇਹ ਬਣਿਆ, ਠੀਕ ਹੈ, ਆਪਾਂ ਬੜੇ ਸਾਰੇ ਸੋਰਸਿਸ ਜਿਹੜੇ ਨੇ ਉਹ ਰੈਫਰ ਕੀਤੇ ਸੀ ਇਸ ਇੰਡੀਅਨ ਕੌਨਸਟੀਟਿਊਸ਼ਨ ਨੂੰ ਬਣਾਉਣ ਲਈ। ਸਭ ਤੋਂ ਪਹਿਲਾਂ ਤਾਂ ਆਪਾਂ ਇਹ ਯਾਦ ਰੱਖਣਾ ਹੈ ਕਿ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ ਹੈਗਾ 1935, ਇਹਨੂੰ ਆਪਾਂ ਕੀ ਕਹਿੰਦੇ ਆ, ਮਿਨੀ ਕੌਨਸਟੀਟਿਊਸ਼ਨ ਵੀ ਕਹਿੰਦੇ ਆ। ਤੇ ਕੁਐਸਚਨ ਪੁੱਛ ਲਿੱਤਾ ਜਾਂਦਾ ਹੈ ਕਿ ਕਿਹੜੇ ਐਕਟ ਨੂੰ ਮਿਨੀ ਕੌਨਸਟੀਟਿਊਸ਼ਨ ਬੋਲਿਆ ਜਾਂਦਾ ਹੈ। ਹੁਣ ਇੱਦਾਂ ਕਿਉਂ ਹੈਗਾ ਕਿ ਇਹਨੂੰ ਮਿਨੀ ਕੌਨਸਟੀਟਿਊਸ਼ਨ ਕਿਉਂ ਕਿਹਾ ਜਾਂਦਾ ਹੈ? ਰੀਜ਼ਨ ਇੱਦਾਂ ਇਹ ਹੈ ਕਿਉਂਕਿ ਇਹਦੇ ਤੋਂ ਆਪਾਂ ਫੈਡਰਲ ਸਕੀਮ ਦਾ ਮਤਲਬ ਕੀ ਹੁੰਦਾ ਹੈ ਕਿ ਜਿਹੜੀ ਸਾਡੀ ਗਵਰਨਮੈਂਟ ਹੈਗੀ, ਅਗਰ ਤੁਸੀਂ ਦੇਖੋਗੇ ਯੂਨੀਅਨ ਗਵਰਨਮੈਂਟ ਤੇ ਸੈਂਟਰਲ ਗਵਰਨਮੈਂਟ ਦੇ ਵਿੱਚ ਡਿਵਾਈਡ ਹੈਗੀ ਹੈ। ਫੈਡਰਲ ਸਕੀਮ ਲਿੱਤਾ ਆਪਾਂ, ਆਫਿਸ ਆਫ ਦਾ ਗਵਰਨਰ ਲਿੱਤਾ, ਜੁਡੀਸ਼ਰੀ ਲਿੱਤੀ, ਪਬਲਿਕ ਸਰਵਿਸ ਕਮਿਸ਼ਨ ਲਿੱਤੀ, ਐਮਰਜੈਂਸੀ ਪ੍ਰੋਵੀਜ਼ਨਸ ਲਿੱਤੀਆਂ ਤੇ ਐਡਮਿਨਿਸਟ੍ਰੇਟਿਵ ਡਿਟੇਲਸ। ਇਹ ਸਾਰੀ ਦੀ ਸਾਰੀ ਜਿੰਨੀ ਵੀ ਇਹਦੀ ਪ੍ਰੋਵੀਜ਼ਨਸ ਹੈਗੀਆਂ ਨੇ ਜਿਹੜੇ ਸਾਡੇ ਕੌਨਸਟੀਟਿਊਸ਼ਨ 'ਚ ਡਿਫਾਈਨ ਹੈਗੀਆਂ, ਉਹ ਸਾਰੀ ਦੀ ਸਾਰੀ ਲਿੱਤੀਆਂ। ਹੁਣ ਇਹਦਾ ਕੁਐਸਚਨ ਕਿੱਦਾਂ ਆਏਗਾ? ਇੱਦਾਂ ਪੁੱਛ ਲਿੱਤਾ ਜਾਏਗਾ ਕਿ ਜਿਹੜਾ ਅਸੀਂ ਫੈਡਰਲ ਸਟਰਕਚਰ ਹੈਗਾ ਵਾ ਆਪਣੇ ਕੌਨਸਟੀਟਿਊਸ਼ਨ ਦਾ ਕਿਹੜੇ ਐਕਟ ਤੋਂ ਲਿੱਤਾ, ਤਾਂ ਤੁਹਾਨੂੰ ਇਹ ਯਾਦ ਰੱਖਣਾ ਹੈ ਉਹ ਆਪਾਂ ਲਿੱਤਾ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚੋਂ। ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਜਿਹੜਾ ਬ੍ਰਿਟਿਸ਼ ਕੌਨਸਟੀਟਿਊਸ਼ਨ ਹੈਗਾ। ਬ੍ਰਿਟਿਸ਼ ਕੌਨਸਟੀਟਿਊਸ਼ਨ ਤੋਂ ਅਸੀਂ ਕੀ ਲਿੱਤਾ ਹੈ? ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਲਿੱਤੀ ਹੈ। ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਦਾ ਮਤਲਬ ਕੀ ਹੈ? ਆਪਣੇ ਇੱਥੇ ਕੀ ਹੁੰਦਾ ਹੈ ਕਿ ਜਿੰਨੇ ਵੀ ਪਾਰਲੀਮੈਂਟ ਹੈਗੀ ਨਾ, ਇਹਨੂੰ ਆਪਾਂ ਤਿੰਨ ਭਾਗਾਂ ਦੇ ਵਿੱਚ ਕਹਿ ਸਕਦੇ ਹਾਂ। ਤਿੰਨ ਇਹਦੇ ਮੈਂਬਰ ਹੁੰਦੇ, ਇੱਕ ਹੁੰਦਾ ਲੋਕ ਸਭਾ, ਇੱਕ ਹੁੰਦਾ ਰਾਜ ਸਭਾ, ਇੱਕ ਹੁੰਦਾ ਪ੍ਰੈਜ਼ੀਡੈਂਟ। ਠੀਕ ਹੈ, ਜਿਹੜਾ ਪ੍ਰੈਜ਼ੀਡੈਂਟ ਹੁੰਦਾ ਨਾ, ਲੋਕ ਸਭਾ ਨੂੰ ਆਪਾਂ ਇੱਕ ਤਰੀਕੇ ਨਾਲ ਕਹਿੰਦੇ ਹਾਂ ਮੈਂਬਰ ਆਫ ਦਾ ਮਤਲਬ ਹਾਊਸ ਆਫ ਦਾ ਪੀਪਲ। ਰਾਜ ਸਭਾ ਇੱਕ ਐਲਡਰ ਹਾਊਸ ਹੁੰਦਾ, ਇਹਨੂੰ ਬੋਲਦੇ ਅਪਰ ਹਾਊਸ। ਤੇ ਜਿਹੜਾ ਰਾਜ ਸਭਾ ਹੁੰਦਾ ਇਹਨੂੰ ਕਹਿੰਦੇ ਆਪਾਂ ਪਰਮਨੈਂਟ ਹਾਊਸ ਹੈ। ਲੋਕ ਸਭਾ ਨੂੰ ਆਪਾਂ ਇੱਕ ਤਰੀਕੇ ਨਾਲ ਕੀ ਕਹਿੰਦੇ ਆ, ਇਹ ਟੈਂਪਰੇਰੀ ਹਾਊਸ ਹੈ। ਇਹਨੂੰ ਟੈਂਪਰੇਰੀ ਹਾਊਸ ਕਿਉਂ ਬੋਲਿਆ ਜਾਂਦਾ ਹੈ? ਕਿਉਂਕਿ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਹੈ ਨਾ, ਇਸ ਲੋਕ ਸਭਾ ਨੂੰ ਕਦੀ ਵੀ ਡਿਜ਼ੋਲਵ ਕਰ ਸਕਦਾ ਹੈ। ਡਿਜ਼ੋਲਵ ਦਾ ਮਤਲਬ ਹੁੰਦਾ ਖਤਮ ਕਰ ਸਕਦਾ ਹੈ ਤੇ ਨਵੀਂ ਲੈ ਕੇ ਆ ਸਕਦਾ ਹੈ। ਹੁਣ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਦਾ ਮਤਲਬ ਕੀ ਹੁੰਦਾ? ਇੱਥੇ ਜੋ ਵੀ ਕੰਮ ਹੁੰਦਾ ਨਾ, ਪਾਰਲੀਮੈਂਟ ਦੀ ਮੈਜੋਰਿਟੀ ਯਾਨੀ ਕਿ ਇਹਦੇ ਮੈਂਬਰਸ ਜਿਹੜੇ ਨੇ ਉਹ ਵੋਟ ਕਰਦੇ ਨੇ। ਹੁਣ ਜਿਵੇਂ ਕੋਈ ਬਿੱਲ ਇੰਟਰੋਡਿਊਸ ਹੋਇਆ, ਬਿੱਲ ਨੂੰ ਇੰਟਰੋਡਿਊਸ ਐਕਟ ਵਿੱਚ ਕਨਵਰਟ ਕਰਨ ਲਈ ਪਾਰਲੀਮੈਂਟ ਜਿਹੜਾ ਉਹ ਵੋਟ ਕਰੇਗੀ, ਤਾਂ ਜਾ ਕੇ ਤੁਹਾਡਾ ਜਿਹੜਾ ਇਹ ਕੰਮ ਹੋਏਗਾ। ਠੀਕ ਹੈ, ਹੁਣ ਸਿੰਗਲ ਸਿਟੀਜ਼ਨਸ਼ਿਪ ਯਾਨੀ ਕਿ ਅਗਰ ਆਪਣੇ ਭਾਰਤ ਵਿੱਚ ਅਗਰ ਅਸੀਂ ਕਿਸੇ ਹੋਰ ਦੇਸ਼ ਦੀ ਸਿਟੀਜ਼ਨਸ਼ਿਪ ਐਕਵਾਇਰਡ ਕਰ ਲੈਂਦੇ ਹੈਗੇ ਆ ਤੇ ਆਪਣੀ ਭਾਰਤ ਦੀ ਸਿਟੀਜ਼ਨਸ਼ਿਪ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ। ਇਹਨੂੰ ਆਪਾਂ ਕਹਿੰਦੇ ਆ ਸਿੰਗਲ ਸਿਟੀਜ਼ਨਸ਼ਿਪ। ਕੈਬਨਿਟ ਸਿਸਟਮ ਹੋ ਗਿਆ, ਪੈਰੋਗੇਟਿਵ ਰਿਟਸ ਹੋ ਗਏ, ਠੀਕ ਹੈ, ਪਾਰਲੀਮੈਂਟਰੀ ਪ੍ਰਿਵਿਲੇजेस ਹੋ ਗਿਆ, ਇਹ ਸਾਰੀ ਦੀ ਸਾਰੀ ਅਸੀਂ ਕਿੱਥੋਂ ਲਿੱਤੀ ਹੈ? ਬ੍ਰਿਟਿਸ਼ ਕੌਨਸਟੀਟਿਊਸ਼ਨ ਤੋਂ ਲਿੱਤੀ ਹੈ। ਤੁਹਾਨੂੰ ਬਾਕਾਇਦਾ ਯਾਦ ਰੱਖਣੇ ਨੇ ਰਿਟਸ ਜਿਹੜੇ ਨੇ, ਮੈਂ ਤੁਹਾਨੂੰ ਬਾਅਦ 'ਚ ਸਿਖਾਵਾਂਗੀ। ਰਿਟਸ ਵੀ ਕਾਫੀ ਜ਼ਿਆਦਾ ਇੰਪੋਰਟੈਂਟ ਨੇ, ਉਹ ਵੀ ਕਰਾ ਦਾਂਗੇ। ਉਸ ਤੋਂ ਬਾਅਦ US ਕੌਨਸਟੀਟਿਊਸ਼ਨ ਤੋਂ ਇਹ ਸਭ ਤੋਂ ਜ਼ਿਆਦਾ ਕੁਐਸਚਨ ਪੁੱਛਿਆ ਜਾਂਦਾ ਹੈ ਕਿ US ਕੌਨਸਟੀਟਿਊਸ਼ਨ ਤੋਂ ਆਪਾਂ ਕੀ ਲਿੱਤਾ। ਤੁਹਾਨੂੰ ਯਾਦ ਰੱਖਣਾ ਜਿਹੜਾ ਫੰਡਾਮੈਂਟਲ ਰਾਈਟਸ ਹੋ ਗਿਆ, ਇੰਡੀਪੈਂਡੈਂਸ ਆਫ ਜੁਡੀਸ਼ਰੀ ਹੋ ਗਿਆ, ਕਿਉਂਕਿ ਜੁਡੀਸ਼ਰੀ ਨੂੰ ਨਾ ਇੱਕ ਇੰਡੀਪੈਂਡੈਂਟ ਮੰਨਿਆ ਜਾਂਦਾ। ਇੰਡੀਪੈਂਡੈਂਟ ਦਾ ਮਤਲਬ ਸਮਝਦੇ ਹੋ ਕਿ ਜਿਹਨੂੰ ਕੋਈ ਇੰਨੀ ਜਲਦੀ ਹੱਥ ਨਹੀਂ ਲਾ ਸਕਦਾ, ਉਹਦੀ ਪਾਵਰਸ ਉਹਦੇ ਹੱਥ 'ਚ ਹੀ ਹੈ। ਹੁਣ ਜੇ ਸੁਪਰੀਮ ਕੋਰਟ ਨੇ ਜੱਜਿਸ ਨੂੰ ਅਚਾਨਕ ਨਾਲ ਟਰਾਂਸਫਰ ਕਰ ਦਿੱਤਾ ਜਾਏ ਪ੍ਰੈਜ਼ੀਡੈਂਟ ਦੇ ਦੁਆਰਾ, ਜਾਂ ਤੁਸੀਂ ਕਹਿ ਲਓ ਪ੍ਰਾਈਮ ਮਿਨਿਸਟਰ ਦੇ ਦੁਆਰਾ, ਤਾਂ ਇੱਕ ਤਰੀਕੇ ਨਾਲ ਕਹਿ ਲਓ ਕਿ ਲੋਕਾਂ ਨਾਲ ਬੜਾ ਹੀ ਜ਼ਿਆਦਾ ਕੀ ਕਹਿੰਦੇ ਆ, ਭੇਦਭਾਵ ਹੋ ਸਕਦਾ ਹੈ। ਤੇ ਇਸੇ ਲਈ ਨਾ ਇਸੇ ਕਰਕੇ ਜਿਹੜਾ ਜੁਡੀਸ਼ਰੀ ਨੂੰ ਇੰਡੀਪੈਂਡੈਂਸ ਦਿੱਤੀ ਗਈ ਹੈ। ਜੁਡੀਸ਼ੀਅਲ ਰਿਵਿਊ ਦਾ ਮਤਲਬ ਕੀ ਹੁੰਦਾ ਹੈ ਕਿ ਸੁਪਰੀਮ ਕੋਰਟ ਇੱਕ ਦੇਖਦੀ ਹੈਗੀ ਕਿ ਰੂਲਸ ਐਂਡ ਰੈਗੂਲੇਸ਼ਨ ਅੱਛੇ ਤਰੀਕੇ ਨਾਲ ਫੋਲੋ ਹੋ ਰਹੇ ਆ ਨਹੀਂ ਹੋ ਰਹੇ, ਰੂਲਸ ਜਿਹੜਾ ਬਣਾਇਆ ਉਹ ਅਕੋਰਡਿੰਗ ਟੂ ਦਾ ਕੌਨਸਟੀਟਿਊਸ਼ਨ ਬਣਾਇਆ ਕਿ ਨਹੀਂ ਬਣਾਇਆ, ਇਹਨੂੰ ਆਪਾਂ ਜੁਡੀਸ਼ੀਅਲ ਰਿਵਿਊ ਕਹਿੰਦੇ ਹਾਂ। ਇਹ ਵੀ ਕੁਐਸਚਨ ਆ ਜਾਂਦਾ ਹੈ ਕਿ ਜੁਡੀਸ਼ੀਅਲ ਰਿਵਿਊ ਕਰਦਾ ਕੌਣ ਹੈ? ਤੁਹਾਨੂੰ ਯਾਦ ਰੱਖਣਾ ਸੁਪਰੀਮ ਕੋਰਟ ਕਰਦਾ ਹੈ। ਇੰਪੀਚਮੈਂਟ ਆਫ ਪ੍ਰੈਜ਼ੀਡੈਂਟ ਦਾ ਮਤਲਬ ਕੀ ਹੁੰਦਾ ਹੈ ਕਿ ਪ੍ਰੈਜ਼ੀਡੈਂਟ ਨੂੰ ਉਹਨਾਂ ਦੀ ਪੋਜੀਸ਼ਨ ਤੋਂ ਨਿਕਾਲਿਆ ਜਾਂਦਾ ਹੈਗਾ ਵਾ। ਇਹ ਤੁਹਾਡਾ ਪਾਰਲੀਮੈਂਟ ਦੇ ਦੁਆਰਾ ਹੀ ਹੁੰਦਾ ਹੈ। ਇਹ ਕਿਸ ਤੋਂ ਲਿੱਤਾ ਗਿਆ? ਇਹ ਵੀ ਤੁਹਾਨੂੰ ਯਾਦ ਰੱਖਣਾ US ਦੇ ਕੌਨਸਟੀਟਿਊਸ਼ਨ ਤੋਂ ਲਿੱਤਾ ਗਿਆ। ਜੇ ਅਸੀਂ ਜੱਜਿਸ ਨੂੰ ਰਿਮੂਵ ਕਰਨਾ ਹੈ ਸੁਪਰੀਮ ਕੋਰਟ ਦੇ, ਜਾਂ ਆਪਾਂ ਹਾਈ ਕੋਰਟ ਦੇ ਜੱਜਿਸ ਨੂੰ ਰਿਮੂਵ ਕਰਨਾ ਹੈ, ਜਾਂ ਪੋਸਟ ਆਫ ਦਾ ਵਾਈਸ ਪ੍ਰੈਜ਼ੀਡੈਂਟ ਹੈਗੀ ਹੈ, ਇਹ ਵੀ ਆਪਾਂ US ਕੌਨਸਟੀਟਿਊਸ਼ਨ ਤੋਂ ਰੈਫਰ ਕਰਕੇ ਲਿੱਤਾ। ਜਿੱਦਾਂ US ਕੌਨਸਟੀਟਿਊਸ਼ਨ ਦੇ ਵਿੱਚ ਲਿਖਿਆ ਗਿਆ ਉਹੀ ਪ੍ਰੋਵੀਜ਼ਨ ਸਾਡੀ ਕੌਨਸਟੀਟਿਊਸ਼ਨ 'ਚ ਐਡ ਅਪ ਕੀਤੀ ਗਈ।
ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜਿਹੜੇ ਜੱਜਸ ਹੁੰਦੇ ਨੇ ਉਹਨਾਂ ਨੂੰ ਰਿਮੂਵ ਕਿਹਦੇ ਦੁਆਰਾ ਕੀਤਾ ਜਾਂਦਾ ਹੈ, ਉਹਨਾਂ ਨੂੰ ਆਪਾਂ ਯਾਦ ਰੱਖਣਾ ਪ੍ਰੈਜ਼ੈਂਟ ਦੇ ਦੁਆਰਾ ਰਿਮੂਵ ਕੀਤਾ ਜਾਂਦਾ ਹੈ। ਅਗਰ ਇਹ ਕੁਐਸਚਨ ਆ ਜਾਏ ਕਿ ਬਈ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਸ ਨੂੰ ਠੀਕ ਹੈ ਆਪਾਂ ਕੀ ਕਹਿੰਦੇ ਆ ਪ੍ਰੈਜ਼ੈਂਟ ਰਿਮੂਵ ਕਰਦਾ, ਬਟ ਜਿਹੜੇ ਡਿਸਟ੍ਰਿਕਟ ਕੋਰਟਸ ਹੁੰਦੇ ਨੇ ਇਹਨਾਂ ਦੇ ਜੱਜਸ ਨੂੰ ਕੌਣ ਰਿਮੂਵ ਕਰਦਾ, ਤੇ ਤੁਹਾਨੂੰ ਯਾਦ ਰੱਖਣਾ ਉਹ ਹੈ ਗਵਰਨਰ। ਠੀਕ ਹੈ, ਅੱਗੇ ਗੱਲ ਕਰਦੇ ਹਾਂ ਇਰਿਸ਼ ਕੌਨਸਟੀਟਿਊਸ਼ਨ ਤੋਂ ਅਸੀਂ ਕੀ ਲਿੱਤਾ ਹੈ, ਜਿਹੜੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀਜ਼ ਹੁੰਦੇ ਨੇ। ਬੱਚਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਤੁਹਾਨੂੰ ਯਾਦ ਰੱਖਣਾ ਕੌਨਸਟੀਟਿਊਸ਼ਨ ਦੇ ਪਾਰਟ ਨੰਬਰ 4 ਦੇ ਵਿੱਚ ਡਿਫਾਈਨ ਹੈਗੇ ਨੇ। ਇਹਦੇ ਵਿੱਚ ਗੱਲ ਇਹ ਹੁੰਦੀ ਹੈ ਕਿ ਕਿਸ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਹੁੰਦਾ ਕੀ ਹੈ। ਬੇਸਿਕਲੀ ਇਹ ਇੱਦਾਂ ਦੇ ਪ੍ਰਿੰਸੀਪਲਸ ਹੈਗੇ ਨੇ ਜਿਹੜੇ ਤੁਹਾਡੀ ਗਵਰਨਮੈਂਟ ਨੂੰ ਫੋਲੋ ਕਰਨੇ ਹੁੰਦੇ ਹੈਗੇ ਆ ਕੋਈ ਵੀ ਲਾਅ ਵਗੈਰਾ ਬਣਾਉਣ ਲਈ। ਜਿਵੇਂ ਸਪੋਜ਼ ਕਰੋ ਕਿ ਉਹਨਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਅਗਰ ਤੁਸੀਂ ਕੋਈ ਲਾਅ ਬਣਾਉਣਾ ਹੈ ਤਾਂ ਲੋਕਾਂ ਦੀ ਭਲਾਈ ਲਈ ਬਣਾਓ, ਇਹ ਗੱਲਾਂ ਵਗੈਰਾ ਦੇ ਵਿੱਚ ਕੀਤੀਆਂ ਜਾਂਦੀਆਂ ਨੇ। ਬਸ ਇੰਨਾ ਕੁਛ ਤੁਸੀਂ ਯਾਦ ਰੱਖ ਲਓ, ਜਦੋਂ ਆਪਾਂ ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪਾਲਿਸੀ ਪੜਾਂਗੇ ਤਾਂ ਉਹਦੇ 'ਚ ਹੋ ਜਾਏਗਾ। ਦੂਜਾ ਅਸੀਂ ਇਰਿਸ਼ ਕੌਨਸਟੀਟਿਊਸ਼ਨ ਤੋਂ ਹੋਰ ਕੀ ਲਿੱਤਾ ਹੈ, ਜਿਹੜਾ ਨੋਮੀਨੇਸ਼ਨ ਹੁੰਦਾ ਹੈ ਰਾਜ ਸਭਾ ਤੇ ਮੈਥਡਸ ਆਫ ਦਾ ਇਲੈਕਸ਼ਨ ਆਫ ਦਾ ਪ੍ਰੈਜ਼ੀਡੈਂਟ, ਇਹ ਸਾਰੀ ਲਿੱਤੀ ਹੈ। ਕੈਨੇਡੀਅਨ ਕੌਨਸਟੀਟਿਊਸ਼ਨ ਤੋਂ ਆਪਾਂ ਕੀ ਲਿੱਤਾ ਹੈ, ਤੁਹਾਨੂੰ ਇਹ ਯਾਦ ਰੱਖਣਾ ਹੈ ਅਪਾਇੰਟਮੈਂਟ ਆਫ ਦਾ ਸਟੇਟ ਗਵਰਨਰਸ ਬਾਈ ਦਾ ਸੈਂਟਰ ਔਰ ਐਡਵਾਈਜ਼ਰੀ ਜੁਡੀਕੇਸ਼ਨ ਆਫ ਦਾ ਸੁਪਰੀਮ ਕੋਰਟ। ਐਡਵਾਈਜ਼ਰੀ ਜੁਡੀਕੇਸ਼ਨ ਦਾ ਮਤਲਬ ਕੀ ਹੁੰਦਾ ਬੱਚਾ, ਐਡਵਾਈਜ਼ਰੀ ਜੁਡੀਕੇਸ਼ਨ ਦਾ ਮਤਲਬ ਇਹ ਹੈ ਕਿ ਸਪੋਜ਼ ਕਰੋ ਕਿ ਜਿਹੜਾ ਤੁਹਾਡਾ ਪ੍ਰੈਜ਼ੀਡੈਂਟ ਹੈ ਠੀਕ ਹੈ ਉਹਨੂੰ ਕੋਈ ਗੱਲ ਸਮਝ ਨਹੀਂ ਆਉਂਦੀ ਵੀ ਤੇ ਉਹ ਸੁਪਰੀਮ ਕੋਰਟ ਕੋ ਕੋਈ ਲਾਅ ਵਗੈਰਾ ਸਮਝ ਨਹੀਂ ਆ ਰਿਹਾ ਤੇ ਉਹ ਸੁਪਰੀਮ ਕੋਰਟ ਤੋਂ ਐਡਵਾਈਜ਼ ਲੈ ਸਕਦਾ ਹੈ। ਇਹਨੂੰ ਆਪਾਂ ਕਹਿੰਦੇ ਐਡਵਾਈਜ਼ਰੀ ਜੁਡੀਕੇਸ਼ਨ। ਇਹ ਆਪਾਂ ਕਿੱਥੋਂ ਲਿੱਤੀ ਹੈ, ਕੈਨੇਡੀਅਨ ਕੌਨਸਟੀਟਿਊਸ਼ਨ ਤੋਂ। ਇਹ ਸਿੱਧਾ ਤੇ ਸਿੱਧਾ ਕੁਐਸਚਨਸ ਆਉਂਦੇ ਨੇ ਸੋਰਸਿਸ ਦੇ, ਇਹਨਾਂ ਨੂੰ ਯਾਦ ਰੱਖ ਲੈਣਾ। ਉਸ ਤੋਂ ਬਾਅਦ ਤੁਹਾਡਾ ਆਉਂਦਾ ਹੈ ਆਸਟ੍ਰੇਲੀਅਨ ਕੌਨਸਟੀਟਿਊਸ਼ਨ। ਆਸਟ੍ਰੇਲੀਅਨ ਕੌਨਸਟੀਟਿਊਸ਼ਨ ਤੋਂ ਆਪਾਂ ਕਨਕਰੈਂਟ ਲਿਸਟ ਵਗੈਰਾ ਲਿੱਤੀ ਹੈ। ਤੁਹਾਨੂੰ ਇਹ ਯਾਦ ਰੱਖਣਾ ਜਿਹੜੀ ਜੁਆਇੰਟ ਸਿਟਿੰਗ ਹੁੰਦੀ ਹੈ ਦੋ ਹਾਊਸਿਸ ਆਫ ਦਾ ਪਾਰਲੀਮੈਂਟ ਦੀ, ਇਹ ਲਿੱਤੀ। ਜੁਆਇੰਟ ਸਿਟਿੰਗ ਦਾ ਮਤਲਬ ਕੀ ਹੁੰਦਾ ਹੈ, ਹੁਣ ਦੇਖੋ ਜੇ ਲੋਕ ਸਭਾ ਰਾਜ ਸਭਾ ਇਹ ਦੋ ਹਾਊਸਿਸ ਹੁੰਦੇ ਨੇ ਪਾਰਲੀਮੈਂਟ ਦੇ। ਹੁਣ ਜਦੋਂ ਵੀ ਕੋਈ ਬਿੱਲ ਜਿਹੜਾ ਹੈ ਐਕਟਿਵ ਦੇ ਵਿੱਚ ਕਨਵਰਟ ਹੋਣਾ ਹੈ ਤੇ ਇਹ ਦੋਨੋਂ ਹਾਊਸਿਸ ਦੇ ਦੁਆਰਾ ਇਹਨੂੰ ਪਾਸ ਕੀਤਾ ਜਾਣਾ ਚਾਹੀਦਾ। ਕਈ ਵਾਰੀ ਕੀ ਹੁੰਦਾ ਹੈ ਕਿ ਦੋਨੋਂ ਹਾਊਸਿਸ ਦੇ ਵਿੱਚ ਇੱਕ ਹਾਊਸ ਨਹੀਂ ਮੰਨਦਾ ਤੇ ਫਿਰ ਉਹਦੀ ਕੇਸ ਦੇ ਵਿੱਚ ਕੀ ਹੋਏਗਾ, ਇਸ ਕੇਸ ਦੇ ਵਿੱਚ ਬੱਚਾ ਕੀ ਹੋਏਗਾ ਕਿ ਜਿਹੜਾ ਪ੍ਰੈਜ਼ੀਡੈਂਟ ਹੈਗਾ ਉਹ ਜੁਆਇੰਟ ਸਿਟਿੰਗ ਬੁਲਾਏਗਾ ਜਿਹਦੇ ਵਿੱਚ ਦੋਨਾਂ ਹਾਊਸਿਸ ਨਾਲ ਡਿਸਕਸ਼ਨ ਕੀਤੀ ਜਾਏਗੀ। ਤੇ ਇਹ ਆਪਾਂ ਕਿੱਥੋਂ ਲਿੱਤਾ ਹੈ, ਆਸਟ੍ਰੇਲੀਅਨ ਕੌਨਸਟੀਟਿਊਸ਼ਨ ਤੋਂ ਆਪਾਂ ਰੈਫਰ ਕੀਤਾ ਹੈ। ਹੁਣ ਇਹ ਕੁਐਸਚਨ ਪੁੱਛ ਲਿੱਤਾ ਜਾਂਦਾ ਹੈ ਕਿ ਅਗਰ ਬਿੱਲ ਜਿਹੜਾ ਹੈ कह लो कि नहीं मानता कोई राज्य सभा सपोज करो नहीं मानती तो कि ज्वाइंट सिटिंग बुलाई जाएगी, किहदे द्वारा बुलाई जाएगी, तुसीं याद रखना प्रेजेंट द्वारा बुलाई जाएगी। ठीक है, जापानीज कॉन्स्टिट्यूशन तो आपां की लिता है प्रोसीजर इस्टैबलिश बाय लॉ। ठीक है, ये तुहानूं याद रखना है। उस तो बाद अगर असीं गल करते हैं फ्रेंच कॉन्स्टिट्यूशन तो तुहानूं याद रखना है कि आपां आइडियल्स ऑफ लिबर्टी इक्वालिटी और फ्रेटर्निटी इन द प्रेम्बल, ये जिहड़े वर्ड्स ने प्रेम्बल दे विच इस्तेमाल किए गए ने। प्रेम्बल बारे मैं ऑलरेडी तुहानूं दस्सिआ, समरी ऑफ द कॉन्स्टिट्यूशन इहनूं आपां कहने हैगे आ, ਉਹਦੇ ਵਿੱਚੋਂ ਆਪਾਂ ਲਿੱਤਾ ਹੈ। ਜੇ ਤੁਹਾਨੂੰ ਇਹ ਪੁੱਛ ਲਿੱਤਾ ਜਾਵੇ ਕਿ ਜਿਹੜਾ ਰਾਜ ਸਭਾ ਹੈ ਇਹਦਾ ਇੱਕ ਪਰਮਨੈਂਟ ਹਾਊਸ ਹੁੰਦਾ ਹੈ ਠੀਕ ਹੈ, ਇਹਦੇ ਮੈਂਬਰਸ ਦਾ ਇਲੈਕਸ਼ਨ ਆਪਾਂ ਇਹ ਕਿਹੜੇ ਕੌਨਸਟੀਟਿਊਸ਼ਨ ਤੋਂ ਲਿੱਤਾ ਹੈ, ਸਾਊਥ ਅਫਰੀਕਨ ਕੌਨਸਟੀਟਿਊਸ਼ਨ ਤੋਂ ਇਹ ਆਪਾਂ ਪਾਰਟ ਲਿੱਤਾ ਹੈ। ਇਹ ਸਾਰੇ ਇੰਪੋਰਟੈਂਟ ਹੈਗੇ ਜਿਹੜੇ ਮੈਂ ਤੁਹਾਨੂੰ ਦੱਸ ਰਹੀ ਹਾਂ। ਹੁਣ ਫੰਡਾਮੈਂਟਲ ਰਾਈਟਸ ਜਿਹੜੇ ਹੁੰਦੇ ਨੇ ਨਾ ਇਹ ਇੱਦਾਂ ਦੇ ਰਾਈਟ ਹੁੰਦੇ ਨੇ ਜਿਹੜੇ ਸਾਡੇ ਕੌਨਸਟੀਟਿਊਸ਼ਨ ਦੇ ਵਿੱਚ ਪਾਰਟ ਨੰਬਰ 3 ਦੇ ਵਿੱਚ ਡਿਫਾਈਨ ਹੈਗੇ ਨੇ। ਆਰਟੀਕਲ ਨੰਬਰ 12 ਤੋਂ ਲੈ ਕੇ ਆਰਟੀਕਲ ਨੰਬਰ 35 ਤੱਕ ਇਹ ਲੈ ਕੇ ਜਾਂਦੇ ਨੇ। ਹੁਣ ਇਹਦੇ ਵਿੱਚ ਇੱਕ ਤੁਹਾਡਾ ਵੇਮੀਨਾਰ ਕੌਨਸਟੀਟਿਊਸ਼ਨ ਆਫ ਜਰਮਨੀ ਹੈਗਾ ਠੀਕ ਹੈ, ਇਹਦੇ ਵਿੱਚੋਂ ਆਪਾਂ ਲਿੱਤਾ ਕਿ ਜਦੋਂ ਐਮਰਜੈਂਸੀ ਹੋਵੇ, ਐਮਰਜੈਂਸੀ ਵੀ ਬੜੇ ਪ੍ਰਕਾਰ ਦੀ ਹੁੰਦੀ, 3 ਪ੍ਰਕਾਰ ਦੀ ਹੁੰਦੀ ਹੈ, ਤੁਹਾਨੂੰ ਅੱਗੇ ਜਾ ਕੇ ਦੱਸਾਂਗੀ। ਇਹਦੇ ਤੁਸੀਂ ਯਾਦ ਰੱਖਣਾ ਕਿ ਐਮਰਜੈਂਸੀ ਦੇ ਟਾਈਮ ਫੰਡਾਮੈਂਟਲ ਰਾਈਟਸ ਜਿਹੜੇ ਨੇ ਉਹ ਸਸਪੈਂਡ ਹੋ ਜਾਂਦੇ ਨੇ ਠੀਕ ਹੈ। ਇਹ ਆਪਾਂ ਕਿੱਥੋਂ ਲਿੱਤਾ ਹੈ, ਜਰਮਨੀ ਦੇ ਕੌਨਸਟੀਟਿਊਸ਼ਨ ਤੋਂ ਠੀਕ ਹੈ, ਇੰਪੋਰਟੈਂਟ ਹੈਗਾ, ਇਹ ਯਾਦ ਰੱਖਣਾ। ਚਲੋ ਹੁਣ ਤੁਹਾਡੇ ਸੋਰਸਿਸ ਖਤਮ ਹੋ ਗਏ। ਹੁਣ ਆਪਾਂ ਗੱਲ ਕਰਦੇ ਹੈਗੇ ਪਾਰਟਸ ਆਫ ਦਾ ਇੰਡੀਅਨ ਕੌਨਸਟੀਟਿਊਸ਼ਨ ਬਾਰੇ ਕਿ ਕਿਹੜੇ-ਕਿਹੜੇ ਸਾਡੇ ਪਾਰਟਸ ਹੈਗੇ ਨੇ ਇੰਡੀਅਨ ਕੌਨਸਟੀਟਿਊਸ਼ਨ ਦੇ। ਦੇਖੋ ਪਾਰਟ ਨੰਬਰ 1 ਦੇ ਵਿੱਚ ਜੇ ਅਸੀਂ ਗੱਲ ਕਰਦੇ ਹਾਂ ਇਹਦੇ ਵਿੱਚ ਗੱਲ ਕੀਤੀ ਜਾਂਦੀ ਹੈਗੀ ਹੈ ਯੂਨੀਅਨ ਟੈਰੀਟਰੀਜ਼ ਦੇ ਬਾਰੇ, ਯੂਨੀਅਨ ਐਂਡ ਇਟਸ ਟੈਰੀਟਰੀ। ਇਹ ਕੁਐਸਚਨ ਆ ਜਾਂਦਾ ਹੈ ਜਦੋਂ ਤੁਹਾਨੂੰ ਇਹ ਪੁੱਛਿਆ ਜਾਏਗਾ ਕਿ ਪਾਰਟ ਨੰਬਰ 1 ਦੇ ਵਿੱਚ ਕਿਹਦੇ ਬਾਰੇ ਗੱਲ ਕੀਤੀ ਜਾਂਦੀ ਹੈ, ਯੂਨੀਅਨ ਐਂਡ ਇਟਸ ਟੈਰੀਟਰੀ ਦਾ ਜਿਹੜੇ ਆਰਟੀਕਲ ਨੇ ਉਹ ਕਿਹੜੇ ਨੇ। ਤੁਹਾਨੂੰ ਯਾਦ ਰੱਖਣਾ 1 ਤੋਂ ਲੈ ਕੇ 4 ਤੱਕ ਜਿਹੜੇ ਆਰਟੀਕਲਸ ਹੁੰਦੇ ਨੇ ਉਹ ਇਹਦੇ ਬਾਰੇ ਗੱਲ ਕਰਦੇ ਨੇ। ਦੂਜਾ ਜਿਹੜਾ ਪਾਰਟ ਹੈਗਾ ਉਹਨੂੰ ਆਪਾਂ ਕਹਿੰਦੇ ਆ ਕਿ ਸਿਟੀਜ਼ਨਸ਼ਿਪ ਠੀਕ ਹੈ। ਸਿਟੀਜ਼ਨਸ਼ਿਪ ਦੇ ਵਿੱਚ ਜੇ ਤੁਸੀਂ ਗੱਲ ਕਰਦੇ ਹੋ ਇਹਦੇ ਆਰਟੀਕਲ ਡੀਲ ਕਰਦੇ ਨੇ 5 ਤੋਂ ਲੈ ਕੇ 11 ਤੱਕ। ਇਹ ਕਿਹਦੇ ਵਿੱਚ ਡਿਫਾਈਨ ਹੈ, ਪਾਰਟ ਨੰਬਰ 2 ਦੇ ਵਿੱਚ। ਫੰਡਾਮੈਂਟਲ ਰਾਈਟਸ ਕਿਹੜੇ ਪਾਰਟ ਦੇ ਵਿੱਚ ਡਿਫਾਈਨ ਹੈ, ਪਾਰਟ ਨੰਬਰ 3 ਦੇ ਵਿੱਚ। ਆਰਟੀਕਲ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਹਨ, 12 ਤੋਂ ਲੈ ਕੇ 35 ਤੱਕ ਹਨ। ਪਾਰਟ ਨੰਬਰ 4 ਦੇ ਵਿੱਚ ਜੇ ਤੁਸੀਂ ਗੱਲ ਕਰਦੇ ਹੋ ਇਹਦੇ ਵਿੱਚ ਆਉਂਦੇ ਨੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਆਰਟੀਕਲ ਨੰਬਰ 36 ਤੋਂ ਲੈ ਕੇ 51 ਤੱਕ। ਹੁਣ ਪਾਰਟ ਨੰਬਰ 4 ਇਹਦੇ ਵਿੱਚ ਇਹ ਲੱਗਿਆ ਯਾਨੀ ਕਿ ਜਿਹੜੇ ਫੰਡਾਮੈਂਟਲ ਡਿਊਟੀਜ਼ ਹੈਗੀਆਂ ਬੱਚਾ ਅਮੈਂਡਮੈਂਟ ਦੇ ਵਿੱਚ ਐਡ ਅਪ ਹੋਈਆਂ ਨੇ
ठीक है। हुण तुहानूं दस्सांगे कि अमेंडमेंट किहड़ी है। पहले पार्ट नंबर 4 ये फंडामेंटल ड्यूटीज़ नूं डिफाइन करता है। पार्ट नंबर 5 विच तुहाडी यूनीयन गवर्नमेंट आ जाती है। पार्ट नंबर 6 दे विच तुहाडी स्टेट गवर्नमेंट आ जाती है। यूनीयन गवर्नमेंट च प्रेजेंट वगैरह हो गए सारे आ जाते हैं, ठीक है। आर्टिकल हुणे याद करो। पार्ट नंबर 1 यूनीयन एंड इट्स टेरिटरी, आर्टिकल नंबर 1 तो लेके 4 तक। पार्ट नंबर 2 सिटीजनशिप, आर्टिकल नंबर 5 तो लेके 11 तक। पार्ट नंबर 3 फंडामेंटल राइट्स, आर्टिकल 12 तो लेके 35 तक। पार्ट नंबर 4 डायरेक्टिव प्रिंसिपल ऑफ स्टेट पॉलिसी, आर्टिकल नंबर 36 तो लेके 51 तक। पार्ट नंबर 4 ए फंडामेंटल ड्यूटीज 51 ए आर्टिकल। यूनियन गवर्नमेंट 52 तो लेके 151 तक, ते स्टेट गवर्नमेंट 152 तो लेके 237 तक। हाँ जी, हुणे याद करो जल्दी जल्दी, बहुत ही इंपॉर्टेंट गल है। जो तुम इत्थे देखोगे ना 1 5 12 36 51 52 इदा ही टेबल याद कर लो फटाफट। उस तो बाद वीडियो नूं 1 मिनट पॉज करके दोबारा तो ये देखियो क्योंकि इंपॉर्टेंट हैगा, भुलना नहीं हैगा। उस तो बाद जिहड़ा पार्ट नंबर जिहड़ा 10th हुंदा ये तुहानूं याद रखना है, पंचायतीज़ तो डील करदा हैगा, ते यूनीयन टेरिटरीज़ वाला भी तुहानूं याद रखना है किहड़े किहड़े आर्टिकल डील करदे ने। आर्टिकल नंबर 239 तो लेके 242 तक, ते पार्ट नंबर ये कित्ते ने तुहाडे कह लो कि 8th दे विच ने, ठीक है। उस तो बाद कोऑपरेटिव सोसाइटी का जो तुम पेपर देन जा रहे हो तुहानूं याद रखना है पार्ट नंबर 10th बी दे विच आंदा है। बस हले लिए तुम इन्ना ही याद रख लो, बाकी सारे पार्ट तुम बाद चो भी इन्होंने याद कर सकते हो। बट एक होर पार्ट तुहानूं याद रखना है एमरजेंसी प्रोविजन का है, आर्टिकल नंबर 352 तो लैके 360 तक आर्टिकल ये होंगे ने, ठीक है। ये वाला याद रखना इंपॉर्टेंट हैगा। हुण असीं गल करते हैं, देखो जिवें इंडियन कॉन्स्टिट्यूशन नूं पार्ट दे विच डिवाइड किया गया उवें इहदे शेड्यूल्स भी आते हैं। जदों एक क्वेश्चन आ जाता है कि जिवें आ पूछा जाएगा कि फर्स्ट शेड्यूल दे विच किहदे बारे गल की गई है, तुहानूं याद रखना है कि जदों आपां फर्स्ट शेड्यूल दे बारे गल करते हैं इहदे विच गल की गई है नेम्स द स्टेट्स एंड देयर टेरिटोरियल जुडिकेशन के बारे, यूनियन टेरिटरीज के बारे गल की गई। यानी कि तुसीं सिंपल जी गल याद रखनी है, स्टेट्स ते यूनियन टेरिटरी के बारे किहड़े पार्ट दे विच गल शेड्यूल दे विच गल की गई है, फर्स्ट शेड्यूल दे विच। जदों सैकेंड शेड्यूल दे विच आने आ इहदे विच अलाउंसिस वगैरह रिलेटेड किद्दां अलाउंसिस देने, किद्दां बोनसिस वगैरह सारी गल की गई है। थर्ड शेड्यूल दे विच ओथ ते अफर्मेशनस के बारे, ओथ्स किहदे अगे लैणगे, जिवें प्रेजेंट ओथ किहदे अगे लैंदा है, गवर्नर किहदे ओथ अगे लैंदा है, इहदी गल की गई है। फोर्थ शेड्यूल दे विच आपां जिहड़ी कौंसिल ऑफ सीट्स होंदियां ने उन्हां दी एलोकेशन करनी है, ओहदी गल की गई है। वैसे पंजाब पुलिस दे विच इन्ना डीपली नहीं आएगा, बट एक बार मैं तुहानूं रिवाइज करवा रही हूँ कि कित्थे हद तक जे पुछ लिता जाए तुहानूं इन्ना तां पता होवे। फिफ्थ शेड्यूल दे विच तुहानूं याद रखना है कि जिहड़ी शेड्यूल्ड ट्राइब्स होंदियां ने, शेड्यूल्ड एरियाज होंदे ने, उन्हां नूं एडमिनिस्ट्रेशन करन दी गल की गई है। एक क्वेश्चन आएगा कि जदों असीं गल करदे हां शेड्यूल्ड एरियाज या शेड्यूल्ड ट्राइब दे एडमिनिस्ट्रेशन की गल किहड़े शेड्यूल दे की गई है, तुहानूं याद रखना है 5th शेड्यूल दे विच। 6th शेड्यूल की गल करते हैं, जिहड़े ट्राइबल एरियाज होंदे ने, किहड़े ट्राइबल एरियाज ने, जैसे कि असम, मेघालय, त्रिपुरा, मिजोरम, इन्हां दी एडमिनिस्ट्रेशन की गल की गई। हुण क्वेश्चन आ जाएगा ट्राइबल एरियाज किहड़े 6th शेड्यूल दे विच इंकलूडिड हैं, तुहानूं याद रखना है असम, मेघालय, त्रिपुरा ते मिजोरम। 7th शेड्यूल दे विच यूनियन, स्टेट ते कंकरेंट लिस्ट दी पावर्स ते रिस्पॉन्सिबिलिटी की गल की गई है। तो ये क्वेश्चन आ जाएगा कि किहड़ी ऑफिशियल इंडियन लैंग्वेजेस है उन्हां दी गल कित्थे कीती गई है, 8th शेड्यूल दे विच, ठीक है। जिहड़ा 9th शेड्यूल हैगा वा इहदे विच जमींदारी सिस्टम वगैरह हो गया, इहदे बारे गल की गई। बस हल्का सा हजे याद रख लो, इन्ना डीपली तुहानूं जाण दी लोड़ नहीं हैगी। उस तो बाद अगर गल करते हैं जो 10th शेड्यूल आता है इहदे विच गल की गई कि किस तरीके नाल तुहाडी डिसक्वालीफिकेशन होगी पार्लीमेंट के मैंबर्स की। एक क्वेश्चन आ जाएगा, क्वेश्चन ये आएगा कि जिहड़ा किहदे विच गल की गई हैगी है कि डिसक्वालीफिकेशन ऑफ द मैंबर्स ऑफ द पार्लीमेंट, तुहानूं याद रखना है वो की गई है 10th शेड्यूल दे विच। ते इहनूं किहड़ी अमेंडमेंट के तहत एडअप किया गया, 52nd अमेंडमेंट के तहत 1985 दे विच। ये भी क्वेश्चन आता है बहुत बारी कि 10th शेड्यूल नूं किहड़ी अमेंडमेंट के तहत एडअप किया गया, 52nd अमेंडमेंट दे विच। 11th शेड्यूल जदों आया, मैं तुहानूं पहले ही दस्सिया जदों कॉन्स्टिट्यूशन बनिया सी उदों सिर्फ 8 शेड्यूल सीगे, उस तो बाद तुहाडे बने आ। ते जिहड़ा 11th शेड्यूल हैगा ये तुहाडी गल करदा रिस्पॉन्सिबिलिटी ऑफ पंचायत्स वगैरह, स्पैसिफिक पावर्स, अथॉरिटी हो गया, ते इहनूं एडअप किया गया सी 73rd अमेंडमेंट 1992 दे विच। जदों आपां 12th दी शेड्यूल के बारे गल करते हैं इहदे विच गल की जाती है पावर्स अथॉरिटी ऑफ द म्यूनिसिपैलिटी की, तो 74th अमेंडमेंट दे विच इहनूं एडअप किया गया। हुण एक बार दोबारा तो रिवाइज करो, रिवाइज की करना है, सब तो पहला आपां फर्स्ट शेड्यूल दे विच गल की यूनियन एंड ओहदी टेरिटरीज बारे, सैकेंड शेड्यूल दे विच आपां गल की अलाउंसिस बारे, थर्ड दे शेड्यूल दे विच आपां ओथ किहदे अगे लैणगे, चौथे शेड्यूल दे विच आपां गल की किद्दां कौंसिल ऑफ स्टेट की एलोकेशन होएगी,
ਪੰਜਵੇਂ ਸ਼ਡਿਊਲ ਦੇ ਵਿੱਚ ਆਪਾਂ ਗੱਲ ਕੀਤੀ ਕਿ ਕਿਸ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਹੋਏਗਾ ਤੁਹਾਡਾ ਕਿਹਦਾ ਪ੍ਰੋਵੀਜ਼ਨ ਰੇਟਡ ਕਿੱਦਾਂ ਸ਼ਡਿਊਲ ਟ੍ਰਾਈਬਸ ਤੇ ਸ਼ਡਿਊਲ ਏਰੀਆਜ਼ ਦਾ ਐਡਮਿਨਿਸਟ੍ਰੇਸ਼ਨ ਹੋਏਗਾ। 6 ਸ਼ਡਿਊਲ ਦੇ ਵਿੱਚ ਮੈਂ ਤੁਹਾਨੂੰ ਗੱਲ ਕੀਤੀ ਕਿ ਟ੍ਰਾਈਬਲਸ ਏਰੀਆ ਕਿਹੜੇ ਕਿਹੜੇ ਅਸਮ ਮੇਘਾਲਿਆ ਤ੍ਰਿਪੁਰਾ ਮਿਜ਼ੋਰਮ ਇਹਨਾਂ ਦਾ ਐਡਮਿਨਿਸਟ੍ਰੇਸ਼ਨ ਜਿਹੜਾ ਹੈ ਉਹ ਕੀਤਾ ਜਾਂਦਾ ਹੈ। 7ਵੇਂ ਸ਼ਡਿਊਲ ਦੇ ਵਿੱਚ ਆਪਾਂ ਗੱਲ ਕੀਤੀ ਕਿ ਕਿਹੜੀ ਕਿਹੜੀ ਪਾਵਰਸ ਹੋਣਗੀਆਂ ਰਿਸਪੌਂਸਿਬਿਲਟੀਜ਼ ਜਿਹੜੀਆਂ ਹੈਗੀਆਂ ਨੇ ਇੰਕਲੂਡ ਹੁੰਦੀਆਂ ਨੇ ਸਟੇਟ ਯੂਨੀਅਨ ਤੇ ਕਨਕਰੈਂਟ ਲਿਸਟ। ਤੇ ਕਿਹੜੇ ਸ਼ਡਿਊਲ ਦੇ ਵਿੱਚ ਇਹ ਗੱਲ ਕੀਤੀ ਜਾਂਦੀ ਹੈ ਇੰਡੀਅਨ ਆਫੀਸ਼ੀਅਲ ਲੈਂਗੁਏਜਿਸ ਦੇ ਬਾਰੇ ਕਿਹੜੀ ਕਿਹੜੀਆਂ ਨੇ ਉਹ 8 ਸ਼ਡਿਊਲ ਦੇ ਵਿੱਚ ਹੈ। 9 ਸ਼ਡਿਊਲ ਦੇ ਵਿੱਚ ਕੀ ਗੱਲ ਕੀਤੀ ਜਾਂਦੀ ਹੈ ਜ਼ਮੀਂਦਾਰੀ ਸਿਸਟਮ ਵਗੈਰਾ ਦੇ ਬਾਰੇ। ਤੇ ਕਿਹੜੇ ਸ਼ਡਿਊਲ ਦੇ ਵਿੱਚ ਇਹ ਗੱਲ ਕੀਤੀ ਜਾਂਦੀ ਹੈ ਕਿ ਜਿਹੜੇ ਪਾਰਲੀਮੈਂਟ ਦੇ ਮੈਂਬਰਸ ਹੈਗੇ ਨੇ ਉਹ ਤੁਹਾਡੇ ਨਿਕਲਣਗੇ। ਇਹ ਆਪਾਂ ਅਗਲੇ ਸ਼ਡਿਊਲ ਦੇ ਵਿੱਚ ਕੀਤਾ 10 ਸ਼ਡਿਊਲ ਦੇ ਵਿੱਚ ਰਾਈਟ। ਇੱਦਾਂ ਦੇ ਕੁਐਸਚਨ ਗਾਈਸ ਤੁਹਾਨੂੰ ਪੇਪਰ ਦੇ ਵਿੱਚ ਆਣਗੇ, ਇਹ ਤੁਹਾਨੂੰ ਯਾਦ ਰੱਖਣਾ ਨੇ, ਇੰਪੋਰਟੈਂਟ ਹੈਗੇ ਨੇ ਸ਼ਡਿਊਲ। ਤੇ ਜਦੋਂ ਤੁਹਾਡਾ ਕਨਸਟੀਟਿਊਸ਼ਨ ਬਣਿਆ ਸੀ ਕਿੰਨੇ ਸ਼ਡਿਊਲ ਸੀਗੇ 8 ਸ਼ਡਿਊਲ ਸੀ। ਤੇ ਜਦੋਂ ਤੁਹਾਡਾ ਕਨਸਟੀਟਿਊਸ਼ਨ ਹੁਣ ਅਗਰ ਅਸੀਂ ਗੱਲ ਕਰੀਏ ਤੇ ਕਿੰਨੇ ਸ਼ਡਿਊਲਸ ਨੇ 12 ਟੋਟਲ ਸ਼ਡਿਊਲਸ ਨੇ। ਓਕੇ ਤੇ ਆ ਜਿਹੜੀ ਲਾਸਟ ਵਾਲੇ ਸ਼ਡਿਊਲਸ ਦੀ ਅਮੈਂਡਮੈਂਟਸ ਹੈਗੀਆਂ ਨੇ ਇਹ ਵੀ ਤੁਹਾਨੂੰ ਯਾਦ ਰੱਖਣੀਆਂ ਨੇ ਜਿਹੜੀ ਮੈਂ ਤੁਹਾਨੂੰ ਦੱਸੀਆਂ ਹੈਗੀਆਂ। ਜਿਵੇਂ ਕਿ 10 ਸ਼ਡਿਊਲ ਦੀ 52nd ਅਮੈਂਡਮੈਂਟ ਐਕਟ ਆ ਗਿਆ 1985, 11 ਸ਼ਡਿਊਲ ਦੀ 73rd ਅਮੈਂਡਮੈਂਟ ਐਕਟ ਆ ਗਿਆ 1992 ਤੇ 12 ਸ਼ਡਿਊਲ ਦੀ ਆ ਗਿਆ 74th 52nd 73rd ਐਂਡ 74th। ਇਹ ਤਿੰਨੋਂ ਤੁਹਾਨੂੰ ਯਾਦ ਰੱਖਣੀਆਂ ਨੇ, ਇੰਪੋਰਟੈਂਟ ਹੈ। ਹੁਣ ਗੱਲ ਕਰਦੇ ਹਾਂ ਆਪਾਂ ਇਹ ਗੱਲ ਕੀਤੀ ਸੀਗੀ ਆਬਜੈਕਟਿਵ ਰੈਜ਼ੋਲੂਸ਼ਨ ਬਾਰੇ। ਆਬਜੈਕਟਿਵ ਰੈਜ਼ੋਲੂਸ਼ਨ ਕੀ ਸੀ ਜਵਾਹਰ ਲਾਲ ਨਹਿਰੂ ਜੀ ਨੇ ਇਹ ਦੱਸਿਆ ਸੀ ਕਿ ਕਨਸਟੀਟਿਊਸ਼ਨ ਨੂੰ ਕਿਸ ਸੋਚ ਨਾਲ ਬਣਾਇਆ ਜਾ ਰਿਹਾ ਹੈ। ਇਸ ਨੂੰ ਆਪਾਂ ਕੀ ਕਿਹਾ, ਇਸ ਨੂੰ ਆਪਾਂ ਇਹ ਕਿਹਾ ਕਿ ਪ੍ਰੈਂਬਲ ਕਿਹਾ ਹੈ ਨਾ। ਹੁਣ ਜਦੋਂ ਆਪਾਂ ਪ੍ਰੈਂਬਲ ਬਾਰੇ ਗੱਲ ਕਰਦੇ ਹਾਂ ਪ੍ਰੈਂਬਲ ਕੀ ਹੁੰਦਾ ਹੈ ਇਹ ਸਾਨੂੰ ਇਹ ਦੱਸਦਾ ਹੈ ਇੱਕ ਸਮਰੀ ਦੱਸਦਾ ਹੈ ਕਨਸਟੀਟਿਊਸ਼ਨ ਦੇ ਬਾਰੇ ਕਿ ਐਕਚੁਅਲੀ ਇੰਟਰੋਡਕਸ਼ਨ ਦਿੰਦਾ ਹੈ ਕਿ ਐਕਚੁਅਲੀ ਕਨਸਟੀਟਿਊਸ਼ਨ ਹੈ ਕੀ, ਕਿਸ ਸੋਚ ਨਾਲ ਇਹਨੂੰ ਬਣਾਇਆ ਗਿਆ। ਹੁਣ ਇੱਥੇ ਕੁਐਸਚਨ ਆ ਜਾਏਗਾ ਕਿ ਇੱਦਾਂ ਦਾ ਕਿਹੜਾ ਦੇਸ਼ ਸੀ ਜਿਹਨੇ ਸਭ ਤੋਂ ਪਹਿਲੀ ਵਾਰ ਆਪਣੇ ਕਨਸਟੀਟਿਊਸ਼ਨ ਦੀ ਸਮਰੀ ਬਣਾਈ। ਇਹ ਤੁਹਾਨੂੰ ਯਾਦ ਰੱਖਣਾ ਹੈ ਅਮਰੀਕਨ ਕਨਸਟੀਟਿਊਸ਼ਨ ਸੀ, ਯਾਨੀ ਕਿ USA ਤੋਂ ਅਸੀਂ ਪ੍ਰੈਂਬਲ ਦਾ ਆਈਡੀਆ ਲਿੱਤਾ ਹੈਗਾ। ਓਕੇ ਇਹ ਕੁਐਸਚਨ ਆ ਜਾਏਗਾ ਕਿ ਪ੍ਰੈਂਬਲ ਦਾ ਆਈਡੀਆ ਕਿੱਥੋਂ ਲਿੱਤਾ ਹੈਗਾ। ਉਸ ਤੋਂ ਬਾਅਦ ਇਹ ਕਿੰਨੇ ਕਿਹਾ ਕਿ ਜਿਹੜਾ ਪ੍ਰੈਂਬਲ ਹੈਗਾ ਉਹ ਆਇਡੈਂਟੀ ਕਾਰਡ ਹੈ ਸਾਡੇ ਕਨਸਟੀਟਿਊਸ਼ਨ ਦਾ, ਇਹ ਵੀ ਤੁਹਾਨੂੰ ਯਾਦ ਰੱਖਣਾ ਇਹ ਹੈ NK ਪਲਕੀਵਾਲਾ ਨੇ। ਠੀਕ ਹੈ ਕਿੰਨੇ ਇਹ ਗੱਲ ਕਹੀ ਕਿ ਜਿਹੜਾ ਸਾਡਾ ਪ੍ਰੈਂਬਲ ਹੈਗਾ ਇਹ ਸਾਡਾ ਆਇਡੈਂਟੀ ਕਾਰਡ ਹੈਗਾ ਕਨਸਟੀਟਿਊਸ਼ਨ ਦਾ ਉਹ ਹੈਗਾ NK ਪਲਕੀਵਾਲਾ। ਉਸ ਤੋਂ ਬਾਅਦ ਅਗਰ ਅਸੀਂ ਗੱਲ ਕਰਦੇ ਹਾਂ ਜਿਹੜਾ ਪ੍ਰੈਂਬਲ ਹੈਗਾ ਇਸ ਨੂੰ ਅਮੈਂਡਮੈਂਟ ਵੀ ਕੀਤਾ ਗਿਆ ਹੈ। ਕਿਹੜੀ ਅਮੈਂਡਮੈਂਟ ਦੇ ਵਿੱਚ ਕਿਹੜੇ ਕਿਹੜੇ ਵਰਡਸ ਐਡਅਪ ਕੀਤੇ ਗਏ ਕੁਐਸਚਨ ਆ ਜਾਂਦਾ ਹੈ। ਤੁਹਾਨੂੰ ਯਾਦ ਰੱਖਣਾ 3 ਵਰਡਸ ਐਡਅਪ ਕੀਤੇ ਗਏ, ਇੱਕ ਹੁੰਦਾ ਸੋਸ਼ਲਿਸਟ, ਇੱਕ ਹੁੰਦਾ ਸੈਕੂਲਰ, ਇੱਕ ਹੁੰਦਾ ਇੰਟੈਗ੍ਰਿਟੀ। ਇਹ 3 ਵਰਡਸ ਨੂੰ ਐਡਅਪ ਕੀਤਾ ਗਿਆ 42nd ਅਮੈਂਡਮੈਂਟ 1976 ਦੇ ਤਹਿਤ। ਮੈਂ ਕੀ ਬੋਲਿਆ ਕਿ ਪ੍ਰੈਂਬਲ ਦੇ ਵਿੱਚ ਕਿਹੜੇ ਵਰਡਸ ਨੂੰ 42nd ਅਮੈਂਡਮੈਂਟ 1976 ਇਸ ਵਕਤ ਇੰਦਰਾ ਗਾਂਧੀ ਜੀ ਸੀਗੇ ਇਹਨਾਂ ਦੇ ਵਕਤ ਜਿਹੜਾ ਹੈ ਅਸੀਂ ਅਮੈਂਡਮੈਂਟ ਕੀਤਾ। ਤੇ ਇੱਕ ਹੋਰ ਗੱਲ ਆਂਦੀ ਹੈ ਇਹ ਕੁਐਸਚਨ ਪੁੱਛ ਲਿੱਤਾ ਜਾਂਦਾ ਕਿ ਕਿਹੜੇ ਆਰਟੀਕਲ ਦੇ ਤਹਿਤ ਅਮੈਂਡਮੈਂਟ ਜਿਹੜੀ ਹੈ ਪ੍ਰੈਂਬਲ ਦੇ ਵਿੱਚ ਕੀਤੀ ਗਈ। ਅਮੈਂਡਮੈਂਟ ਅਸੀਂ ਕਰਦੇ ਹਾਂ 326 ਆਰਟੀਕਲ। ਠੀਕ ਹੈ 326 ਆਰਟੀਕਲ ਜਿਹੜਾ ਕਨਸਟੀਟਿਊਸ਼ਨ ਵਿੱਚ ਡਿਫਾਈਨ ਹੈਗਾ ਇਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਜਿਹੜੀ ਅਮੈਂਡਮੈਂਟ ਹੁੰਦੀ ਹੈ ਉਹ ਕਿੱਦਾਂ ਹੁੰਦੀ ਹੈ। ਉਸ ਤੋਂ ਬਾਅਦ ਜਿਹੜਾ ਪ੍ਰੈਂਬਲ ਹੈਗਾ ਇਹ ਤੁਹਾਨੂੰ 4 ਇੰਗਰੀਡੀਐਂਟਸ ਆਫ ਕੰਪੋਨੈਂਟਸ ਦੇ ਬਾਰੇ ਦੱਸਦਾ ਹੈ। ਇੱਕ ਕਿ ਸਾਡਾ ਇੰਡੀਅਨ ਸਟੇਟ ਹੈ ਕਿੱਦਾਂ ਦਾ। ਸਾਡਾ ਇੰਡੀਅਨ ਸਟੇਟ ਹੈਗਾ ਰਿਪਬਲਿਕ ਸਟੇਟ ਹੈ। ਰਿਪਬਲਿਕ ਸਟੇਟ ਦਾ ਮਤਲਬ ਸਮਝਦੇ ਹੋ ਕਿ ਆਪਾਂ ਇਲੈਕਟ ਕਰਦੇ ਹਾਂ ਆਪਣੇ ਰਿਪਰੈਜ਼ੈਂਟੇਟਿਵ ਨੂੰ, ਪ੍ਰਾਈਮ ਮਿਨਿਸਟਰ ਨੂੰ ਆਪਾਂ ਇਲੈਕਟ ਕਰਦੇ ਹੈਗੇ ਹਾਂ। ਠੀਕ ਹੈ ਇੱਦਾਂ ਤਾਂ ਨਹੀਂ ਹੈ ਕਿ ਇੱਕ ਰਾਜਾ ਹੈਗਾ ਉਹੀ ਰੂਲ ਕਰਦਾ ਹੈ, ਨਹੀਂ। ਉਸ ਤੋਂ ਬਾਅਦ ਆਪਾਂ ਜੇ ਅਸੀਂ ਗੱਲ ਕਰੀਏ ਸਾਡਾ ਜਿਹੜਾ ਸਟੇਟ ਹੈਗਾ ਉਹ ਕਿੱਦਾਂ ਦਾ ਹੈ, ਉਹ ਬਿਲਕੁਲ ਵੀ ਰਿਲੀਜਨ 'ਚ ਬਿਲੀਵ ਨਹੀਂ ਕਰਦਾ। ਠੀਕ ਹੈ ਕੋਈ ਇੱਦਾਂ ਗਵਰਨਮੈਂਟ ਇਹ ਨਹੀਂ ਕਹਿੰਦੀ ਕਿ ਬਈ ਹਿੰਦੂ ਲੋਕ ਹੀ ਰਹਿਣਗੇ ਜਾਂ ਮੁਸਲਿਮ ਲੋਕ ਨਹੀਂ ਰਹਿਣਗੇ। ਤੇ ਨੇਚਰ ਬਾਰੇ ਦੱਸਦਾ ਹੈ ਪ੍ਰੈਂਬਲ। ਹੋਰ ਕੀ ਦੱਸਦਾ ਹੈ ਇਹ ਵੀ ਦੱਸਦਾ ਹੈ ਕਿ ਸਾਡਾ ਜਿਹੜਾ ਕਨਸਟੀਟਿਊਸ਼ਨ ਹੈ ਉਹ ਜਸਟਿਸ ਦੇਣਾ ਚਾਹੁੰਦਾ ਹੈ, ਇਕੁਐਲਿਟੀ ਦੇਣਾ ਚਾਹੁੰਦਾ ਹੈ ਆਪਣੇ ਸਿਟੀਜ਼ਨਸ ਆਫ ਇੰਡੀਆ ਨੂੰ। ਤਾਂ ਹੁਣ ਇੱਕ ਗੱਲ ਹੋਰ ਯਾਦ ਰੱਖਣੀ ਹੈ ਕਿ ਜਿਹੜਾ ਪ੍ਰੈਂਬਲ ਹੈ ਇਹਨੂੰ ਅਡੋਪਟ ਕਦ ਕੀਤਾ ਗਿਆ 26 ਨਵੰਬਰ 1949 ਨੂੰ। ਅਗੇਨ ਬਹੁਤ ਇੰਪੋਰਟੈਂਟ ਹੈਗਾ ਜਦੋਂ ਤੁਹਾਡਾ ਕਨਸਟੀਟਿਊਸ਼ਨ ਅਡੋਪਟ ਹੋਇਆ ਸੀ ਉਹ ਕਦੋਂ ਹੋਇਆ ਸੀ 26 ਨਵੰਬਰ 1949 ਨੂੰ ਹੀ ਅਡੋਪਟ ਕੀਤਾ ਸੀ। ਇਸੀ ਵਕਤ ਆਪਾਂ ਪ੍ਰੈਂਬਲ ਨੂੰ ਵੀ ਅਡੋਪਟ ਕੀਤਾ ਸੀਗਾ। ਠੀਕ ਹੈ ਉਸ ਤੋਂ ਬਾਅਦ ਇੱਕ ਕੇਸ ਹੁੰਦਾ ਹੈ ਇਹਨੂੰ ਕਹਿੰਦੇ ਬੇਰੂਬਾਰੀ ਯੂਨੀਅਨ ਕੇਸ। ਇਹਦੇ ਵਿੱਚ ਕੀ ਹੁੰਦਾ ਹੈ ਕਿ ਇਹਦੇ ਵਿੱਚ ਨਾ ਸੁਪਰੀਮ ਕੋਰਟ ਇਹ ਗੱਲ ਦੱਸਦੀ ਹੈ ਕਿ ਪ੍ਰੈਂਬਲ ਨੂੰ ਅਸੀਂ ਅਮੈਂਡ ਤਾਂ ਕਰ ਸਕਦੇ ਹੈਗੇ ਹਾਂ ਬਟ ਪ੍ਰੈਂਬਲ ਨੂੰ ਪੂਰੀ ਤਰੀਕੇ ਨਾਲ ਨਹੀਂ ਛੇੜ ਸਕਦੇ ਕਿ ਤੁਸੀਂ ਕਹੋਗੇ ਸਾਰੇ ਦੇ ਸਾਰੀ ਚੀਜ਼ਾਂ ਚੇਂਜ ਕਰ ਦਿਓ। ਨੋ ਬੇਸਿਕ ਸਟਰਕਚਰ ਜਿਹੜਾ ਹੈਗਾ ਨਾ ਪ੍ਰੈਂਬਲ ਦਾ ਜਿੱਦਾਂ ਬਣਿਆ ਗਿਆ ਉਹਨੂੰ ਨਹੀਂ ਛੇੜਿਆ ਜਾ ਸਕਦਾ। ਬਾਕੀ ਤੁਸੀਂ ਥੋੜੀ ਬਹੁਤ ਚੀਜ਼ਾਂ ਜਿਹੜੀਆਂ ਨੇ ਉਹ ਕਰ ਸਕਦੇ ਹੋ। ਜੇ ਕੁਐਸਚਨ ਇੱਦਾਂ ਦਾ ਆਏ ਕਿ ਕੀ ਪ੍ਰੈਂਬਲ ਨੂੰ ਅਮੈਂਡ ਕੀਤਾ ਜਾ ਸਕਦਾ ਹੈ ਸਾਡਾ ਆਂਸਰ ਆਉਣਾ ਚਾਹੀਦਾ ਯੈਸ। ਅਮੈਂਡਮੈਂਟ ਦਾ ਮਤਲਬ ਹੁੰਦਾ ਚੇਂਜ ਕਰਨਾ। ਬਟ ਅਗਰ ਇਹ ਪੁੱਛਿਆ ਜਾਵੇ ਕਿ ਪ੍ਰੈਂਬਲ ਨੂੰ ਆਪਾਂ ਕਿ ਇਹਦੀ ਜਿਹੜੀ ਸੋਲ ਪਾਵਰ ਹੈ ਕਿ ਇਹਦੇ ਬੇਸਿਕ ਸਟਰਕਚਰ ਨੂੰ ਆਪਾਂ ਹਿਲਾ ਸਕਦੇ ਹਾਂ ਤਾਂ ਆਂਸਰ ਆਏਗਾ ਨੋ। ਠੀਕ ਹੈ ਉਸੇ ਤਰੀਕੇ ਨਾਲ ਇੱਕ ਕੁਐਸਚਨ ਹੋਰ ਆਉਂਦਾ ਹੈ ਕਿ ਜਿਹੜਾ ਪ੍ਰੈਂਬਲ ਹੈਗਾ ਕਿ ਇਹਦੇ ਵਿੱਚ ਜੋ ਗੱਲਾਂ ਲਿਖੀਆਂ ਗਈਆਂ ਹੈ ਅਗਰ ਉਹਨੂੰ ਫੋਲੋ ਨਹੀਂ ਕੀਤਾ ਜਾ ਰਿਹਾ
ਤੇ ਕੀ ਅਸੀਂ ਸੁਪਰੀਮ ਕੋਰਟ ਕੋਲ ਜਾ ਸਕਦੇ ਹਾਂ? ਤਾਂ ਆਨਸਰ ਆਏਗਾ ਤੁਹਾਡਾ ਨੋ। ਸਿਰਫ ਫੰਡਾਮੈਂਟਲ ਰਾਈਟਸ ਜਿਹੜੇ ਹੁੰਦੇ ਨੇ ਬੱਚਾ ਉਹ ਇਨਫੋਰਸੇਬਲ ਹੁੰਦੇ ਨੇ। ਜਦੋਂ ਫੰਡਾਮੈਂਟਲ ਰਾਈਟਸ ਨੂੰ ਵਾਇਲੇਟ ਕੀਤਾ ਜਾਂਦਾ ਹੈਗਾ ਉਸ ਤੋਂ ਬਾਅਦ ਹੀ ਤੁਸੀਂ ਇੱਕ ਤਰੀਕੇ ਨਾਲ ਕਹਿ ਸਕਦੇ ਹੋ ਕਿ ਫੰਡਾਮੈਂਟਲ ਤੁਸੀਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਕੋ ਜਾ ਸਕਦੇ ਹੋ, ਬਟ ਪ੍ਰੇਮਬਲ ਦੇ ਕੇਸ ਦੇ ਵਿੱਚ ਨਹੀਂ ਇੱਦਾਂ ਹੁੰਦਾ। ਹੁਣ ਆਪਾਂ ਦੇਖੋ ਕਿੰਨਾ ਕਰ ਲਿਆ, ਆਪਾਂ ਸ਼ਡਿਊਲਸ ਕਰ ਲਏ, ਆਪਾਂ ਸੋਰਸਿਸ ਵਗੈਰਾ ਸਾਰੇ ਕਰ ਲਏ। ਹੁਣ ਮੈਂ ਅੱਗੇ ਵੱਧ ਰਹੀ ਹਾਂ ਤਾਂ ਕਿ ਇਹ ਵੀ ਤੁਸੀਂ ਇੱਕ ਤਰੀਕੇ ਨਾਲ ਸੁਣ ਲਓ। ਉਸ ਤੋਂ ਬਾਅਦ ਹੁਣ ਅਸੀਂ ਗੱਲ ਕਰਨ ਵਾਲੇ ਆਰਟੀਕਲਸ ਦੇ ਬਾਰੇ, ਜਿਹੜੇ ਇੰਪੋਰਟੈਂਟ ਆਰਟੀਕਲਸ ਨੇ। ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਜਿਹੜਾ ਪਾਰਟ ਨੰਬਰ 1 ਹੈਗਾ, ਠੀਕ ਹੈ, ਕਿਹਦੇ ਨਾਲ ਡੀਲ ਕਰਦਾ? ਯੂਨੀਅਨ ਐਂਡ ਇਟਸ ਟੈਰੀਟਰੀਜ਼। ਹੁਣੇ ਅਸੀਂ ਦੇਖਿਆ ਆਰਟੀਕਲ ਨੰਬਰ 1 ਤੋਂ ਲੈ ਕੇ 4 ਤੱਕ ਇਹਦੇ ਵਿੱਚ ਡੀਲ ਹੁੰਦਾ ਹੈ। ਹੁਣ ਧਿਆਨ ਨਾਲ ਸੁਣੋ, ਜਦੋਂ ਆਪਾਂ ਆਰਟੀਕਲਸ ਨੰਬਰ 1 ਤੋਂ ਲੈ ਕੇ 4 ਦੀ ਗੱਲ ਕਰਦੇ ਹਾਂ, ਅੰਡਰ ਦਾ ਪਾਰਟ ਆਫ ਦਾ ਕਨਸਟੀਟਿਊਸ਼ਨ, ਇਹ ਡੀਲ ਕਰਦਾ ਹੈ ਕਿਹਦੇ ਨਾਲ? ਯੂਨੀਅਨ ਐਂਡ ਇਟਸ ਟੈਰੀਟਰੀ ਦੇ ਬਾਰੇ। ਹੁਣ ਇਹਦੇ ਵਿੱਚ ਹੁੰਦਾ ਕੀ ਹੈ? ਦੇਖੋ ਆਰਟੀਕਲ ਨੰਬਰ 1 ਸਾਨੂੰ ਇਹ ਗੱਲ ਦੱਸਦਾ ਹੈ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਇੰਡੀਆ, ਦੈਟ ਇਜ਼ ਭਾਰਤ, ਇਹ ਇੱਕ ਤਰੀਕੇ ਦਾ ਕੀ ਹੈ? ਯੂਨੀਅਨ ਆਫ ਸਟੇਟਸ ਹੈ। मतलब की है यूनियन ऑफ स्टेट का मतलब की है जिन्ने भी स्टेट्स है एक यूनियन दे विच है, ये ना अपनी मर्जी नाल निकल सकते हैं ना अपनी मर्जी नाल कोई एडअप हो सकता है। तो तुहानूं एक क्वेश्चन आएगा कि किहड़े आर्टिकल दे विच ये गल कीती गई है कि भारत एज अ यूनियन ऑफ स्टेट है? तुहानूं याद रखना है आर्टिकल नंबर 1 दे अंदर। उस तो बाद किहड़ा आर्टिकल जिहड़ा हैगा ये पार्लीमेंट नूं पावर दिंदा हैगा कि तुसी एक तरीके नाल यूनियन ऑफ इंडिया दे विच कोई नया स्टेट जिहड़ा हैगा वो बना सकते हो, या तुसी एक तरीके नाल कह लो कि उहदे विच कुछ भी चेंजेस वगैरह कर सकते हो। तो किहड़ा किनू ये पावर दित्ती जाती है कि प्रेजेंट दे हाथ दे विच हुंदा नया स्टेट बनाउण नूं? तुहानूं ये गल याद रखनी है, पार्लीमेंट दे विच हाथ दे विच हुंदा। ये आर्टिकल नंबर 2 दे विच कीता जांदा है। इहदे तहत पार्लीमेंट नूं 2 तरीके की बच्चा पावर मिलती है, एक और नवा स्टेट वगैरह बना सकता है, नई यूनियन टैरेटरी वगैरह बना सकता है, या किसी भी यूनियन टैरेटरी नूं या किसी भी स्टेट की जिहड़ी बाउंड्री हुंदी है, जिहड़ी उहदी कह लो कि जिवें पंजाब है, पंजाब की बाउंड्री बनी हुई है, अगर मैनूं चेंज करना होवे किहदे हाथ च होगा? पार्लीमेंट के हाथ दे विच होगा। क्वेश्चन आ जाएगा कि किहड़े आर्टिकल के तहत ये पावर जिहड़ी है पार्लीमेंट नूं दित्ती जांदी है? तुहानूं याद रखना आर्टिकल नंबर 2 के तहत। उस तो बाद जिहड़ा अगला साडा आंदा है वो आंदा है आर्टिकल नंबर 3। आर्टिकल नंबर 3 जिहड़ा है बच्चा वो रिलेट करता है कि अगर तुसी गल करते हो, सपोज करो कि कोई भी चेंजेस करने ने एग्जिस्टिंग स्टेट्स दे विच जिहड़े एग्जिस्ट हैगे ने ते ये रीफॉर्मेशन करनी है या चेंजेस करने ने, ये तुहाडे आर्टिकल नंबर 3 के तहत दे आंदा है। पहले जिहड़े आपां आर्टिकल देखे ना, आर्टिकल नंबर 2 ये इंपावर करदा है पार्लीमेंट नूं ये काम करन लई, ग्रांट करदा है। बट किहड़े आर्टिकल दे विच गल कीती गई है कि पार्लीमेंट चेंज कर सकदी है एग्जिस्टिंग स्टेट्स नूं? ये आर्टिकल नंबर 3 दे विच है। ये तुहानूं याद रखना इंपॉर्टेंट हैगा। उस तो बाद ये तुहानूं एक होर गल करनी है कि कुछ कमेटीज़ इदां दी आईयां सीगियां जिन्हां ने रीऑर्गेनाइजेशन कीती सी स्टेट सी। एक है सी धार कमीशन, JVV कमेटी ते फैजल अली कमीशन। ये क्वेश्चन पूछ लिता जाएगा कि किहड़ी इदां दी रीऑर्गेनाइजेशन करन लई कमेटीज़ वगैरह आई सी, या ये कमेटीज़ किस चीज़ तो डील करदियां ने। उस तो बाद जदों असीं अगे गल करते हैं, ये सीगे साडे की एक तरीके नाल साडे यूनियन एंड इट्स टैरेटरीज़ दे जिहड़े साडे आर्टिकल सीगे, ये तुहानूं याद रखने ने, इंपॉर्टेंट ने। हुण देखो आपां इन्ना सारा इहदे विच खत्म कर लिया, फटाफट इहनूं जल्दी तरीके नाल पढ़ो ताकि मैं अगला लैक्चर भी तुहाडा अज ही लियावांगी। अज ही मैं तुहाडे लैक्चर्स काफ़ी ज़्यादा जिहड़े ने वो पा दांगी। आई होप तुहानूं अज दा लैक्चर जिहड़ा है आ वाला वधिया लग्गिया होवे। अगले लैक्चर दे विच तुहानूं मिलदी हां। थैंक यू वेरी मच, हैव अ ग्रेट डे।